ਲੱਗਦਾ ਕਿ ਸਿਆਸੀ ਤੌਰ ਤੇ ਹਲੇ ਵੀ ਨੁਕਸਾਨ ਹੋ ਰਿਹਾ ਹੈਗਾ। ਰਾਜਨੀਤਿਕ ਸਿਸਟਮ ਅਜਿਹਾ ਹੈਗਾ ਕਿ ਕਾਨੂੰਨੀ ਤੌਰ ਤੇ ਵੀ ਪੰਜਾਬ ਦੇ ਲੋਕ ਲੁੱਟੇ ਜਾ ਰਹੇ ਨੇ। ਜੋ ਕਿ ਸਾਨੂੰ ਵੰਡ ਕੇ ਇਹਨਾਂ ਨੇ ਕੁਝ ਵਰਗ ਕਿਲੋਮੀਟਰਾਂ 'ਚ ਸਮੇਟਦਾ 200 ਦੇ ਵਿੱਚ। ਇਹ ਜਿਹੜਾ ਹੈਗਾ ਇਹ 3 ਕਰੋੜ ਨਹੀਂ ਹੈਗੇ, ਅਸੀਂ 15 ਕਰੋੜ ਦੀ ਸਾਡੀ ਆਬਾਦੀ ਹੈ। ਅਸੀਂ ਸਾਰੀ ਦੁਨੀਆ ਵਿੱਚ ਬੈਠੇ ਹਾਂ, ਅਸੀਂ ਪਾਕਿਸਤਾਨ 'ਚ ਵੀ ਬੈਠੇ ਹਾਂ, ਉਹ ਪੰਜਾਬੀ ਹਾਂ। ਅਸੀਂ ਅਫਗਾਨਿਸਤਾਨ 'ਚ ਵੀ ਬੈਠੇ ਪੰਜਾਬੀ ਹਾਂ। ਅਸੀਂ ਜਿਹੜੇ ਅਮਰੀਕਾ ਕੈਨੇਡਾ ਤੇ ਜਿਹੜੇ ਹੈਗੇ ਆਪਣੇ ਦੂਸਰੇ ਹੋਰ ਵੀ ਕੰਟਰੀ ਜਿੰਨੇ ਉਹ ਸਾਰੇ ਲੋਕ ਬੈਠੇ ਪੰਜਾਬੀ ਹੈ। ਲੋਕ ਬਹੁਤ ਜ਼ਿਆਦਾ ਸਤਾਏ ਹੋਏ ਹੈ। ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀ ਇਸ ਨਵੇਂ ਸਿਸਟਮ ਤੋਂ, ਜਿਹੜੀ ਇਹਨਾਂ ਨੇ ਆਉਣਸਾਰ ਭੰਗ ਕਰ ਦਿੱਤੀ ਹੈ ਤੇ ਆਪਣੀਆਂ ਨਿੱਜੀਆਂ ਜਿਹੜੀਆਂ ਹੈਗੀਆਂ ਕਰਪਸ਼ਨਾਂ ਦੇ ਚੱਕਰ 'ਚ ਪੈ ਗਏ ਹੈ। ਬਦਲਾਅ ਤੁਹਾਨੂੰ ਲੱਗਦਾ ਕਿ ਉਸ ਤਰੀਕੇ ਨਾਲ ਆਇਆ ਹੈਗਾ ਜਿਸ ਤਰੀਕੇ ਨਾਲ ਲੋਕਾਂ ਨੇ ਭਰੋਸਾ ਕੀਤਾ ਸੀ? ਹਾਂਜੀ ਹਾਂ, ਬਦਲਾਅ ਡਿਫਰੈਂਟਲੀ ਆਇਆ। ਕੋਰਟਾਂ ਹੋਰ ਭ੍ਰਿਸ਼ਟ ਹੋ ਗਈਆਂ, ਪੋਲੀਟੀਸ਼ੀਅਨ ਹੋਰ ਭ੍ਰਿਸ਼ਟ ਹੋ ਗਿਆ ਵੱਖਰੇ ਤਰੀਕੇ ਦੇ ਨਾਲ। ਅਫਸਰਸ਼ਾਹੀ ਜਿਹੜੀ ਬੇਲਗਾਮ ਹੋਈ ਹੈ। ਜਿਹੜੇ ਖਾਸ ਆਦਮੀ ਹੈਗੇ ਉਹਨਾਂ ਵਾਸਤੇ ਕਾਨੂੰਨ ਜਿਹੜੇ ਹੈਗੇ ਆ ਹੋਰ ਲਚੀਲੇ ਕੀਤੇ ਜਾ ਰਹੇ ਆ। ਇੱਥੇ 6-6 ਹਜ਼ਾਰ ਕਰੋੜ ਦੀਆਂ ਰਿਪੋਰਟਾਂ ਪਈਆਂ ਸਾਹਮਣੇ ਡਰੱਗ ਦੀਆਂ, ਤੇ ਮਜੀਠੇ ਵਰਗੀਆਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ। ਜੱਜ ਦੀ ਧੀ ਜਿਹੜੀ ਹੈਗੀ ਸ਼ਰੇਆਮ ਕਾਤਲ ਹੈ, ਸਾਰਾ ਕੁਝ ਦੁਨੀਆ ਨੂੰ ਜਾਣਦੀ ਹੈ। ਤੁਸੀਂ ਮਜੀਠੀਆ ਸਾਹਿਬ ਦੇ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੂੰ ਜ਼ਮਾਨਤ ਮਿਲੀ ਹੈ, ਜ਼ਮਾਨਤ ਦੇ ਪਿੱਛੇ ਕਿਹਦਾ ਹੱਥ ਲੱਗ ਰਿਹਾ? ਉਹ ਪ੍ਰੋਸੀਜਰ ਕੀ ਅਡਾਪਟ ਕੀਤਾ ਗਿਆ? ਸਾਡਾ ਪਰਪਸ ਉਹਦੇ ਨਾਲ, ਤੁਹਾਡੇ ਕੋਲ ਹਰ ਤਰ੍ਹਾਂ ਦੇ ਐਵੀਡੈਂਸ ਪਈ ਹੈ। ਤੁਹਾਡਾ ਕੀ ਕੰਮ ਹੈ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਲੈ ਕੇ ਇਹ ਕੰਮ ਕਰਨ? ਸਾਡਾ ਮਸਲਾ ਇਹ ਮਜੀਠੀ ਦੀ ਜ਼ਮਾਨਤ ਨਾਲ ਨਹੀਂ, ਕਿਹਨੇ ਕਰਵਾਈ ਇਹਦੇ ਨਾਲ ਨਹੀਂ ਹੈਗਾ। ਇਹ ਤਾਂ ਨੈਕਸਸ ਹੈਗਾ ਹੀ ਸਰ। ਅਦਾਲਤਾਂ ਕੰਪਰੋਮਾਈਜ਼ ਹੋ ਗਈਆਂ ਫਿਰ ਤੁਹਾਡੇ ਸਾਹਮਣੇ? ਨੈਚੁਰਲੀ ਕੰਪਰੋਮਾਈਜ਼ ਕੀ ਹੋ ਗਈਆਂ, ਵਿਕ ਗਈਆਂ ਹੈਗੀਆਂ। ਦੇਖੋ ਤਾਂ ਸਹੀ, ਐਡੇ ਵੱਡੇ ਐਵੀਡੈਂਸ ਮੈਂ ਤਾਂ ਨਹੀਂ ਇਕੱਲਾ ਕਹਿ ਰਿਹਾ। ਜਸਟ ਬੈਂਸ ਸਾਹਿਬ ਕਹਿ ਕੇ ਗਏ ਆ, ਉਹ ਤਾਂ ਐਡਵੋਕੇਟ ਨੇ, ਲੀਗਲ ਮਾਈਂਡ ਨੇ। ਮੈਂ ਤਾਂ ਹੋ ਸਕਦਾ ਆਪਣੇ ਨੌਲੇਜ ਤੋਂ ਸ਼ਾਇਦ 2 ਗੱਲਾਂ ਵੱਧ ਕਹਿ ਗਿਆ ਹੋਵਾਂ, ਮੇਰੀ ਨੌਲੇਜ ਘੱਟ ਹੋਵੇ। ਹਾਲਾਂਕਿ ਮੈਂ ਪੁਲਿਸ ਦੀ ਨੌਕਰੀ ਕੀਤੀ ਹੈ, ਅਸੀਂ ਵੀ ਕਾਨੂੰਨ ਦੇ ਨਾਲ ਵਾਹ ਰੱਖਦੇ ਹਾਂ, ਤੇ ਮੈਨੂੰ ਇਹਦੇ ਬਾਰੇ ਕੋਈ ਵਹਿਮ ਨਹੀਂ ਹੈਗਾ। ਜਿਹੜੀ ਹੈਗੀ ਇਹਦੇ ਬਾਰੇ ਤਾਂ ਕੋਈ ਵਹਿਮ ਹੀ ਨਹੀਂ। ਜਦੋਂ ਉਹ ਕਹਿ ਕੇ ਗਏ ਆ ਵੀ ਹਾਈ ਕੋਰਟਾਂ ਨੂੰ ਹੁਣ ਇਸ ਟਾਈਮ ਯਾਦ ਕਰਾਉਣ ਦਾ ਸਮਾਂ ਆ ਗਿਆ ਕਿ ਇਸ ਤੋਂ ਵੱਧ ਜੇ ਆਪਾਂ ਇਹਨੂੰ ਚੁੱਪ ਰਹਾਂਗੇ ਤਾਂ ਹਾਲਾਤ ਜਿਹੜੇ ਹੈ ਇੰਨੇ ਕੁ ਮਾੜੇ ਹੋ ਜਾਣਗੇ। ਅਜੇ ਤਾਂ ਇਹ ਪੰਜਾਬ ਜਿਹੜੀ ਹੈਗੀ ਬਾਬੇ ਨਾਨਕ ਦੀ ਧਰਤੀ ਜਿਹੜੀ ਹੈਗੀ ਹੈ ਇੰਨੀ ਕਮਜ਼ੋਰ ਨਹੀਂ ਹੋਈ ਕਿ ਇਹ ਜਿਹੜੇ ਬਾਹਰੋਂ ਆ ਕੇ ਜਿਹੜੇ ਸੈਲਫ ਸਿਲੈਕਟਡ, ਨਾ ਇਹਨਾਂ ਨੂੰ ਕਿਸੇ ਨੇ ਵੋਟ ਕੀਤਾ, ਨਾ ਇਹਨਾਂ ਨੇ ਕੋਈ ਕੰਪੀਟੀਸ਼ਨ ਦਿੱਤਾ, ਇਹ ਆ ਕੇ ਜਿਹੜੇ ਰੱਬ ਬਣੇ ਬੈਠੇ ਆ, ਇਹਨਾਂ ਨੂੰ ਚੈਲੰਜ ਕਰਨ ਵਾਸਤੇ ਜਿਹੜਾ ਹੁਣ ਸਮਾਂ ਸੀਗਾ ਉਹ ਆਇਆ ਹੋਇਆ। ਬੈਂਸ ਸਾਹਿਬ ਵਰਗੇ ਲੋਕ ਜੇ ਅਗਵਾਈ ਕਰਨਗੇ ਤੇ ਫਿਰ ਇਹ ਜਿਹੜੇ ਲੋਕ ਹੈ ਤਾਸ਼ ਦੇ ਪੱਤਿਆਂ ਵਾਂਗੂ ਖਿਲਰਨਗੇ। ਕੁਝ ਆਰਟੀ ਐਕਟਿਵਿਸਟ ਨੇ ਉਹ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਸਿਸਟਮ ਪਤਾ ਲੱਗੇ। ਜੇਲ੍ਹਾਂ ਦੇ ਵਿੱਚ ਕਹਿੰਦੇ ਫੋਨ ਕਿਸ ਤਰੀਕੇ ਨਾਲ ਪਹੁੰਚ ਜਾਂਦੇ ਨੇ। ਬੈਂਸ ਸਾਹਿਬ ਹੁਣੇ ਕਹਿ ਕੇ ਗਏ ਸੀ ਕਿ ਸੈਟੇਲਾਈਟ ਫੋਨ ਤੇ ਉਹਨਾਂ ਨਾਲ ਗੱਲ ਕਰ ਰਹੇ ਕੁਝ ਲੋਕ। ਤੋਂ ਤੁਸੀਂ ਤਾਂ ਇਹਨੂੰ ਛੱਡ ਦਿਓ, ਤਾਂ ਸੈਟੇਲਾਈਟ ਵੀ ਉੱਥੇ ਅਵੇਲੇਬਲ ਹੈਗੇ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਸਿਆਸੀ ਤੌਰ ਤੇ, ਰਾਜਨੀਤਿਕ ਤੌਰ ਤੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਅਦਾਲਤੀ ਤੌਰ ਤੇ ਜਾਂ ਪ੍ਰਸ਼ਾਸਨਿਕ ਤੌਰ ਤੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਪਿਛਲੇ ਦਿਨਾਂ ਤੋਂ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਅਜਿਹੇ ਹਾਲਾਤ ਕਿਉਂ ਬਣੇ ਹੋਏ ਨੇ। ਵੱਖ-ਵੱਖ ਸਮੇਂ ਤੇ ਸਿਆਸੀ ਧਿਰਾਂ ਤੇ ਯਕੀਨ ਕੀਤਾ ਜਾਂਦਾ, ਪਰ ਉਸ ਤਰੀਕੇ ਦਾ ਭਰੋਸਾ ਜਿਹੜਾ ਲੋਕਾਂ ਦਾ ਨਹੀਂ ਬਣ ਪਾਉਂਦਾ। ਇਸੇ ਕਰਕੇ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਯਕੀਨ ਉੱਠਿਆ ਤਾਂ ਨਵੀਂ ਧਿਰ ਨੂੰ ਮੌਕਾ ਦਿੱਤਾ ਗਿਆ। ਪਰ ਹੱਲੇ ਵੀ ਬਹੁਤ ਸਾਰੇ ਸਵਾਲ ਨੇ, ਸਿਸਟਮ ਹੱਲੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ। ਅੱਜ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਸਿਰ ਜੋੜਿਆ ਜਾਵੇ। ਜਿਹੜੇ ਪੰਜਾਬ ਦੇ ਚਿੰਤਕ ਲੋਕ ਨੇ, ਸਾਡੇ ਨਾਲ ਡੀਐਸਪੀ ਸਿੱਖੋ ਨੇ ਗੱਲਬਾਤ ਕਰਨੀ ਹੈ ਕਿ ਇਹ ਹਾਲਾਤ ਕਿਉਂ ਬਣ ਗਏ ਕਿ ਇਹਨਾਂ ਨੂੰ ਹੁਣ ਉਚੇਚੇ ਤੌਰ ਤੇ ਕੋਸ਼ਿਸ਼ ਕਰਨੀ ਪੈ ਰਹੀ ਹੈ। ਸਿੱਖੋ ਸਾਹਿਬ, ਸਾਰੇ ਲੋਕਾਂ ਨੂੰ ਇਕੱਠਾ ਕਰ ਰਹੇ ਹੋ, ਚਿੰਤਕਾਂ ਨੂੰ ਇਕੱਠਾ ਕਰ ਰਹੇ ਹੋ, ਗੱਲਬਾਤ ਕਰ ਰਹੇ ਹੋ। ਲੱਗਦਾ ਕਿ ਸਿਆਸੀ ਤੌਰ ਤੇ ਹਲੇ ਵੀ ਨੁਕਸਾਨ ਹੋ ਰਿਹਾ ਹੈਗਾ। ਰਾਜਨੀਤਿਕ ਸਿਸਟਮ ਅਜਿਹਾ ਹੈਗਾ ਕਿ ਕਾਨੂੰਨੀ ਤੌਰ ਤੇ ਵੀ ਪੰਜਾਬ ਦੇ ਲੋਕ ਲੁੱਟੇ ਜਾ ਰਹੇ ਨੇ, ਤੇ ਇਸ ਵੇਲੇ ਨੁਕਸਾਨ ਤੋਂ ਇਲਾਵਾ ਹੋਰ ਕੁਝ ਲੱਭ ਨਹੀਂ ਰਿਹਾ। ਦੇਖੋ, ਜਿਹੜੀ ਕੋਸ਼ਿਸ਼ ਕਰਨੀ ਤੁਸੀਂ ਗੱਲ ਕਰ ਰਹੇ ਹੋ, ਹੁਣੇ ਬੈਂਸ ਸਾਹਿਬ ਇੱਥੋਂ ਉੱਠ ਕੇ ਗਏ ਆ, ਬਾਬਾ ਜੀ ਬੈਠੇ ਨੇ। ਤਾਂ ਮੇਰੇ ਵਰਗੇ ਬੰਦਾ ਜੇ ਕਦੇ ਮੈਂ ਕੋਸ਼ਿਸ਼ ਕਰ ਰਿਹਾ, ਇਹ ਜਿਹੜੀ ਗੱਲ ਹੈ ਬਹੁਤ ਵੱਡੀ ਹੈ। ਇਹ ਮੈਂ ਪੰਜਾਬੀ ਮੰਚ ਜਿਹੜੀ ਹੈਗੀ ਹੈ, ਇਹਦੀ ਸਿਰਜਣਾ ਇਹਨਾਂ ਮਹਾਂਪੁਰਸ਼ਾਂ ਦੇ, ਬੈਂਸ ਸਾਹਿਬ ਦੇ ਆਸ਼ੀਰਵਾਦ ਨਾਲ ਹੋਈ ਹੈ। ਅਸੀਂ ਇਹਦੇ ਬੈਨਰ ਥੱਲੇ ਕੰਮ ਕਰਕੇ ਲੋਕਾਂ ਨੂੰ ਜਗਾਉਣ ਦੀ ਗੱਲ ਜਿਹੜੀ ਹੈਗੀ ਉਹ ਤਾਂ ਕਰ ਹੀ ਰਹੇ ਹਾਂ, ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈਗਾ। ਪਰ ਹਰ ਇੱਕ ਜਿਹੜੀ ਸੰਸਥਾ ਹੈ ਉਹਨੂੰ ਚਲਾਉਣ ਵਾਸਤੇ ਜਿਹੜੀਆਂ ਹੈਗੀਆਂ ਡਬਲ ਫੋਰਸਿਸ ਦੀ ਲੋੜ ਹੁੰਦੀ। ਕੁਝ ਲੋਕ ਨਿਗਰਾਨੀ ਕਰਨ ਵਾਲੇ ਹੁੰਦੇ ਆ, ਕੁਝ ਲੋਕ ਫੀਲਡ ਦੇ ਵਿੱਚ ਜਿਹੜੇ ਹੈਗੇ ਲੜਨ ਵਾਸਤੇ ਹੁੰਦੇ ਆ। ਤਾਂ ਅਸੀਂ ਇਸ ਸ਼ਤਰੰਜ ਦੇ ਸਿਪਾਹੀ ਹਾਂ। ਇਹ ਲੋਕ ਸਾਨੂੰ ਡਾਇਰੈਕਸ਼ਨ ਦੇਣਗੇ, ਸਾਨੂੰ ਦੱਸਣਗੇ ਕਿ ਕੀ ਕਰਨਾ ਹੈ। ਅਸੀਂ ਜਿਹੜਾ ਹੈ ਮੈਂ ਪੰਜਾਬੀ ਮੰਚ ਦੇ ਰਾਹੀਂ, ਮੈਂ ਪੰਜਾਬੀ ਮੰਚ ਦਾ ਮਤਲਬ ਮੈਂ ਪੰਜਾਬੀ ਦੀ ਇੱਕ ਹੋਕਾ ਦੇਣਾ ਹੈ ਕਿ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਬਹੁਤ ਜ਼ਿਆਦਾ ਸਟਰੋਂਗ, ਅਸੀਂ ਅਦਰਵਾਈਜ਼ ਇੱਕ ਅੱਛੇ ਜਿਹੜਾ ਹੈਗਾ ਸਾਡਾ DNA ਜਿਹੜਾ ਹੈਗਾ ਉਹ ਦੁਨੀਆ ਨਾਲੋਂ ਵੱਖਰਾ, ਸੂਰਬੀਰਾਂ ਦਾ, ਚੰਗੇ ਯੋਧਿਆਂ ਦਾ ਹੈਗਾ। ਤੇ ਉਹ ਜਿਹੜੇ ਹੈਗੇ ਸਾਰੀ ਦੁਨੀਆ ਵਿੱਚ ਬੈਠੇ ਆ, ਨਾ ਕਿ ਇਕੱਲੇ ਪੰਜਾਬ। ਜੋ ਕਿ ਸਾਨੂੰ ਵੰਡ ਕੇ ਇਹਨਾਂ ਨੇ ਕੁਝ ਵਰਗ ਕਿਲੋਮੀਟਰਾਂ 'ਚ ਸਮੇਟਦਾ 200 ਦੇ ਵਿੱਚ। ਇਹ ਜਿਹੜਾ ਹੈਗਾ ਇਹ 3 ਕਰੋੜ ਨਹੀਂ ਹੈਗੇ, ਅਸੀਂ 15 ਕਰੋੜ ਦੀ ਸਾਡੀ ਆਬਾਦੀ ਹੈ। ਅਸੀਂ ਸਾਰੀ ਦੁਨੀਆ ਵਿੱਚ ਬੈਠੇ ਹਾਂ, ਅਸੀਂ ਪਾਕਿਸਤਾਨ 'ਚ ਵੀ ਬੈਠੇ ਹਾਂ, ਉਹ ਪੰਜਾਬੀ ਹਾਂ। ਅਸੀਂ ਅਫਗਾਨਿਸਤਾਨ 'ਚ ਵੀ ਬੈਠੇ ਪੰਜਾਬੀ ਹਾਂ। ਅਸੀਂ ਜਿਹੜੇ ਅਮਰੀਕਾ ਕੈਨੇਡਾ ਤੇ ਜਿਹੜੇ ਹੈਗੇ ਆਪਣੇ ਦੂਸਰੇ ਹੋਰ ਵੀ ਕੰਟਰੀ ਜਿੰਨੇ ਉਹ ਸਾਰੇ ਲੋਕ ਬੈਠੇ ਪੰਜਾਬੀ ਹੈ। ਉਹਨਾਂ ਨੂੰ ਪੰਜਾਬ ਦੇ ਨੁਕਸਾਨ ਦੀ ਜਿਹੜੀ ਬਹੁਤ ਵੱਡੀ ਚਿੰਤਾ ਸਾਰਿਆਂ ਨੂੰ, ਉਹ ਜਿਹੜੀ ਹੈਗੀ ਹੈ ਉਸ ਚਿੰਤਾ ਨੂੰ ਮੁੱਖ ਰੱਖ ਕੇ ਜਿਹੜੀ
ਇੱਥੋਂ ਦੇ ਉੱਦਮ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਇੱਕ ਪੈਰਲਲ ਕਰਕੇ ਇਸ ਚੀਜ਼ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਪੰਜਾਬ ਦਾ ਨੁਕਸਾਨ ਜਿਹੜਾ ਹੋਇਆ ਇਹ ਸਭ ਦੇ ਸਾਹਮਣੇ ਹੈ। ਇਹਦੇ ਬਾਰੇ ਜਿੰਨੀ ਮਰਜ਼ੀ ਗੱਲਾਂ ਕਰ ਲਈਏ, ਬਹੁਤ ਦਿਨਾਂ ਤੋਂ, ਬੜੇ 2-3 ਸਾਲਾਂ ਤੋਂ ਤਾਂ ਮੈਂ ਲਗਾਤਾਰ ਗੱਲ ਕਰ ਰਿਹਾ। ਨੁਕਸਾਨ ਤਾਂ ਜਿਹੜਾ ਹੋਇਆ ਹੁਣ ਇਹਨੂੰ ਕਵਰ ਕਰਨ ਵਾਸਤੇ ਜਿਹੜੇ ਐਫਰਟਸ ਕਰਨੇ ਆ, ਉਹਦੇ ਵਾਸਤੇ ਜਿਹੜਾ ਸੀ ਇਹ ਮੈਂ ਪੰਜਾਬੀ ਮੰਚ ਜਿਹੜਾ ਹੈਗਾ ਇਹਨਾਂ ਦਾ ਉੱਦਮ ਕੀਤਾ, ਉਹਨੂੰ ਮਤਲਬ ਕੋਸ਼ਿਸ਼ ਕਰਕੇ ਲੋਕਾਂ ਤੱਕ ਲੈ ਕੇ ਜਾਵਾਂਗੇ। ਲੋਕ ਬਹੁਤ ਜ਼ਿਆਦਾ ਸਤਾਏ ਹੋਏ ਹੈ, ਲੋਕਾਂ ਨੂੰ ਬਹੁਤ ਵੱਡੀ ਉਮੀਦ ਸੀ ਇਸ ਨਵੇਂ ਸਿਸਟਮ ਤੋਂ, ਜਿਹੜੀ ਇਹਨਾਂ ਨੇ ਆਉਣ ਸਾਰ ਭੰਗ ਕਰ ਦਿੱਤੀ ਹੈ ਤੇ ਆਪਣੀਆਂ ਨਿੱਜੀਆਂ ਜਿਹੜੀਆਂ ਹੈਗੀਆਂ ਕਰਪਸ਼ਨਾਂ ਦੇ ਚੱਕਰ 'ਚ ਪੈ ਗਏ ਹੈ। ਤਾਂ ਕਰਪਸ਼ਨ ਤੋਂ ਛੁਟਕਾਰੇ ਵਾਸਤੇ ਹੀ ਤਾਂ ਇੱਕ ਵੱਡਾ ਉਦਮ ਕੀਤਾ ਗਿਆ ਸੀ ਪੰਜਾਬ ਦੇ ਲੋਕਾਂ ਵੱਲੋਂ। ਬਿਲਕੁਲ, ਇਹ ਬੜੀ ਅਹਿਮ ਚੀਜ਼ ਆ। ਤੁਸੀਂ ਕਿਉਂਕਿ 3 ਪੁਆਇੰਟ ਬੜੇ ਅਹਿਮ ਨੇ, ਇੱਕ ਰਾਜਨੀਤੀ ਹੁੰਦੀ ਹੈ, ਇੱਕ ਪ੍ਰਸ਼ਾਸਨ ਹੁੰਦਾ, ਇੱਕ ਅਦਾਲਤ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਲੋਕਾਂ ਨੇ ਹੁਣ ਇਸ ਵਕਤ ਇਹੀ ਕੋਸ਼ਿਸ਼ ਕੀਤੀ ਕਿ ਇੱਕ ਬਦਲਾਵ ਲਿਆਇਆ ਜਾਵੇ। ਬਦਲਾਵ ਤੁਹਾਨੂੰ ਲੱਗਦਾ ਕਿ ਉਸ ਤਰੀਕੇ ਨਾਲ ਆਇਆ ਹੈਗਾ ਜਿਸ ਤਰੀਕੇ ਨਾਲ ਲੋਕਾਂ ਨੇ ਭਰੋਸਾ ਕੀਤਾ ਸੀਗਾ? ਹਾਂਜੀ ਹਾਂ, ਬਦਲਾਵ ਡਿਫਰੈਂਟਲੀ ਆਇਆ। ਕੋਰਟਾਂ ਹੋਰ ਭ੍ਰਿਸ਼ਟ ਹੋ ਗਈਆਂ, ਪੋਲੀਟੀਸ਼ੀਅਨ ਹੋਰ ਭ੍ਰਿਸ਼ਟ ਹੋ ਗਿਆ ਵੱਖਰੇ ਤਰੀਕੇ ਦੇ ਨਾਲ, ਅਫਸਰਸ਼ਾਹੀ ਜਿਹੜੀ ਬੇਲਗਾਮ ਹੋਈ ਹੈ, ਚੀਜ਼ਾਂ ਜਿਹੜੀਆਂ ਆਮ ਜਿਹੜੀਆਂ ਲੋਕਾਂ ਦੀ ਪਹੁੰਚ ਤੋਂ ਹੋਰ ਜਿਹੜੀਆਂ ਹੈਗੀਆਂ ਦੂਰ ਹੋ ਰਹੀਆਂ, ਹਰ ਚੀਜ਼ ਮਹਿੰਗੀ ਹੋ ਰਹੀ ਹੈ। ਜਿਹੜਾ ਆਮ ਆਦਮੀ ਹੈ ਉਹਦੇ ਵਾਸਤੇ ਤੇ ਜਿਹੜੇ ਖਾਸ ਆਦਮੀ ਹੈਗੇ ਉਹਨਾਂ ਵਾਸਤੇ ਕਾਨੂੰਨ ਜਿਹੜੇ ਹੈਗੇ ਆ ਹੋਰ ਲਚੀਲੇ ਕੀਤੇ ਜਾ ਰਹੇ ਆ। ਇੱਥੇ 6-6 ਹਜ਼ਾਰ ਕਰੋੜ ਦੀਆਂ ਰਿਪੋਰਟਾਂ ਪਈਆਂ ਸਾਹਮਣੇ ਡਰੱਗ ਦੀਆਂ, ਤੇ ਮਜੀਠੇ ਵਰਗੀਆਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ। ਜੱਜ ਦੀ ਧੀ ਜਿਹੜੀ ਹੈਗੀ ਸ਼ਰੇਆਮ ਕਾਤਲ ਹੈ, ਸਾਰਾ ਕੁਝ ਦੁਨੀਆ ਜਾਣਦੀ ਹੈ, ਉਹਦੇ 'ਚ ਭਾਈਚਾਰਾ ਪਾਲਾ ਜਾ ਰਿਹਾ ਹਾਈ ਕੋਰਟ ਵੱਲੋਂ। ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਬਦ ਤੋਂ ਬਦਤਰ ਹਾਲਤ ਵੱਲ ਜਾ ਰਿਹਾ। ਕੋਈ ਇਹ ਨਹੀਂ ਹੈ ਕਿ ਕੋਈ ਸੁਧਾਰ ਦੀ ਗੱਲ ਹੈ। ਤੁਸੀਂ ਜ਼ਮਾਨਤ ਦੀ ਗੱਲ ਕੀਤੀ ਹੈ। ਜ਼ਮਾਨਤ ਅਕਸਰ ਅਸੀਂ ਦੇਖਦੇ ਹਾਂ ਕਿ ਜੁਡੀਸ਼ਰੀ ਤੇ ਬਹੁਤ ਭਰੋਸਾ ਕੀਤਾ ਜਾਂਦਾ, ਅਦਾਲਤਾਂ ਦਾ ਭਰੋਸਾ ਹੁੰਦਾ ਕਿ ਹੋਰ ਕਿਤੇ ਭਰੋਸਾ ਨਹੀਂ ਤਾਂ ਅਦਾਲਤਾਂ ਤੇ ਭਰੋਸਾ ਹੈਗਾ। ਇਹ ਜਿਹੜੇ ਹਾਲਾਤ ਨੇ, ਤੁਸੀਂ ਮਜੀਠੀਆ ਸਾਹਿਬ ਦੇ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੂੰ ਜ਼ਮਾਨਤ ਮਿਲੀ ਹੈ, ਜ਼ਮਾਨਤ ਦੇ ਪਿੱਛੇ ਕਿਹਦਾ ਹੱਥ ਲੱਗ ਰਿਹਾ? ਕਿ ਸੈਂਟਰ ਦੀ ਸਰਕਾਰ ਦੀ ਤਾਕਤ ਹੈ ਜਾਂ ਫਿਰ ਪੰਜਾਬ ਸਰਕਾਰ ਵੀ ਹੁਣ ਹੱਥ ਉਹਨਾਂ ਦੇ ਮੁਤਾਬਕ ਚੱਲ ਰਹੀ ਹੈ? ਕਿਸੇ ਦਾ ਹੀ ਹੋਵੇ ਜੀ, ਸਾਡਾ ਪਰਪਸ ਇਹ ਨਹੀਂ ਕਿ ਕਿਹਦਾ ਹੱਥ ਹੈ ਮਜੀਠੀ ਜ਼ਮਾਨਤ, ਸਾਨੂੰ ਤਾਂ ਇਹ ਵੀ ਕੀਤੀ ਕਿਵੇਂ ਹੈਗੀ, ਉਹ ਪ੍ਰੋਸੀਜਰ ਕੀ ਅਡਾਪਟ ਕੀਤਾ ਗਿਆ। ਸਾਡਾ ਪਰਪਸ ਉਹਦੇ ਨਾਲ, ਤੁਹਾਡੇ ਕੋਲ ਹਰ ਤਰ੍ਹਾਂ ਦੇ ਐਵੀਡੈਂਸ ਪਈ ਹੈ, ਤੁਹਾਡਾ ਕੀ ਕੰਮ ਹੈ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਲੈ ਕੇ ਇਹ ਕੰਮ ਕਰਨ? ਸਾਡਾ ਮਸਲਾ ਇਹ ਮਜੀਠੀ ਦੀ ਜ਼ਮਾਨਤ ਨਾਲ ਨਹੀਂ, ਕਿਹਨੇ ਕਰਵਾਈ ਇਹਦੇ ਨਾਲ ਨਹੀਂ ਹੈਗਾ। ਇਹ ਤਾਂ ਨੈਕਸਸ ਹੈਗਾ ਹੀ ਸਾਰੀ ਦੁਨੀਆ। ਅਦਾਲਤਾਂ ਕੰਪਰੋਮਾਈਜ਼ ਹੋ ਗਈਆਂ ਫਿਰ ਤੁਹਾਡੇ ਸਾਹਮਣੇ? ਨੈਚੁਰਲੀ ਕੰਪਰੋਮਾਈਜ਼ ਕੀ ਹੋ ਗਈਆਂ, ਵਿਕ ਗਈਆਂ ਹੈਗੀਆਂ। ਦੇਖੋ ਤਾਂ ਸਹੀ, ਐਡੇ ਵੱਡੇ ਐਵੀਡੈਂਸ ਮੈਂ ਤਾਂ ਨਹੀਂ ਇਕੱਲਾ ਕਹਿ ਰਿਹਾ, ਜਸਟ ਬੈਂਸ ਸਾਹਿਬ ਕਹਿ ਕੇ ਗਏ ਆ, ਉਹ ਤਾਂ ਐਡਵੋਕੇਟ ਨੇ, ਲੀਗਲ ਮਾਈਂਡ ਨੇ। ਮੈਂ ਤਾਂ ਹੋ ਸਕਦਾ ਆਪਣੀ ਨੌਲੇਜ ਤੋਂ ਸ਼ਾਇਦ 2 ਗੱਲਾਂ ਵੱਧ ਕਹਿ ਗਿਆ ਹੋਵਾਂ, ਮੇਰੀ ਨੌਲੇਜ ਘੱਟ ਹੋਵੇ। ਹਾਲਾਂਕਿ ਮੈਂ ਪੁਲਿਸ ਦੀ ਨੌਕਰੀ ਕੀਤੀ ਹੈ, ਅਸੀਂ ਵੀ ਕਾਨੂੰਨ ਦੇ ਨਾਲ ਵਾਹ ਰੱਖਦੇ ਹਾਂ ਤੇ ਮੈਨੂੰ ਇਹਦੇ ਬਾਰੇ ਕੋਈ ਵਹਿਮ ਨਹੀਂ ਹੈਗਾ। ਪਰ ਫਿਰ ਵੀ ਉਹਨਾਂ ਦੇ ਮੂੰਹ ਉਹੀ ਚੀਜ਼ ਕਹੀ ਜਾਣੀ ਤਾਂ ਜਿਹੜੀ ਹੈਗੀ ਇਹਦੇ ਬਾਰੇ ਤਾਂ ਕੋਈ ਵਹਿਮ ਹੀ ਨਹੀਂ। ਜਦੋਂ ਉਹ ਕਹਿ ਕੇ ਗਏ ਆ ਵੀ ਹਾਈ ਕੋਰਟਾਂ ਨੂੰ ਹੁਣ ਇਸ ਟਾਈਮ ਯਾਦ ਕਰਾਉਣ ਦਾ ਸਮਾਂ ਆ ਗਿਆ, ਇਹ ਇਸ ਤੋਂ ਵੱਧ ਜੇ ਆਪਾਂ ਇਹਨੂੰ ਚੁੱਪ ਰਹਾਂਗੇ ਤਾਂ ਹਾਲਾਤ ਜਿਹੜੇ ਆ ਇੰਨੇ ਕੁ ਮਾੜੇ ਹੋ ਜਾਣਗੇ। ਅਜੇ ਤਾਂ ਇਹ ਪੰਜਾਬ ਜਿਹੜੀ ਹੈਗੀ ਬਾਬੇ ਨਾਨਕ ਦੀ ਧਰਤੀ ਜਿਹੜੀ ਹੈਗੀ ਹੈ ਇੰਨੀ ਕਮਜ਼ੋਰ ਨਹੀਂ ਹੋਈ ਕਿ ਇਹ ਜਿਹੜੇ ਬਾਹਰੋਂ ਆ ਕੇ ਜਿਹੜੇ ਸੈਲਫ ਸਿਲੈਕਟਡ, ਨਾ ਇਹਨਾਂ ਨੂੰ ਕਿਸੇ ਨੇ ਵੋਟ ਕੀਤਾ, ਨਾ ਇਹਨਾਂ ਨੇ ਕੋਈ ਕੰਪੀਟੀਸ਼ਨ ਦਿੱਤਾ, ਇਹ ਆ ਕੇ ਜਿਹੜੇ ਰੱਬ ਬਣੇ ਬੈਠੇ ਆ, ਇਹਨਾਂ ਨੂੰ ਚੈਲੰਜ ਕਰਨ ਵਾਸਤੇ ਜਿਹੜਾ ਹੁਣ ਸਮਾਂ ਸੀਗਾ ਉਹ ਆਇਆ ਹੋਇਆ। ਬੈਂਸ ਸਾਹਿਬ ਵਰਗੇ ਲੋਕ ਜੇ ਅਗਵਾਈ ਕਰਨਗੇ ਤੇ ਫਿਰ ਇਹ ਜਿਹੜੇ ਲੋਕ ਹੈ ਤਾਸ਼ ਦੇ ਪੱਤਿਆਂ ਵਾਂਗੂ ਖਿਲਰਨਗੇ। ਜਿਹੜੇ ਵੀ ਮਤਲਬ ਕਿਸੇ ਦੀ ਕੋਈ ਸਟਰੈਂਥ ਜਿਹੜੀ ਹੁੰਦੀ ਨਾ, ਉਹਦਾ ਕੰਮ ਹੁੰਦਾ। ਇੱਕ ਬੜੀ ਤੁਸੀਂ ਅਹਿਮ ਗੱਲ ਕਹੀ, ਤੁਸੀਂ ਸਿਸਟਮ 'ਚ ਰਹੇ ਹੋ, ਪੁਲਿਸ ਪ੍ਰਸ਼ਾਸਨ 'ਚ ਰਹੇ ਹੋ। ਹਾਲ ਦੀ ਘੜੀ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਨੇ। ਕੁਝ ਆਰਟੀ ਐਕਟਿਵਿਸਟ ਨੇ ਉਹ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਸਿਸਟਮ ਪਤਾ ਲੱਗੇ। ਜੇਲ੍ਹਾਂ ਦੇ ਵਿੱਚ ਕਹਿੰਦੇ ਫੋਨ ਕਿਸ ਤਰੀਕੇ ਨਾਲ ਪਹੁੰਚ ਜਾਂਦੇ ਨੇ। 2016 ਤੋਂ ਲੈ ਕੇ ਹੁਣ ਤੱਕ ਕਹਿੰਦੇ ਜੈਮਰਾਂ ਲਈ ਪੈਸੇ ਨਹੀਂ, ਕੋਈ ਅਪੀਲ ਨਹੀਂ ਕੀਤੀ ਗਈ, ਜੈਮਰ ਨਹੀਂ ਲਗਾਏ ਗਏ ਤੇ ਫੋਨ 4G 5G ਸਾਰਾ ਪਹੁੰਚ ਜਾਂਦੇ ਨੇ। ਤੁਹਾਡੇ ਹਿਸਾਬ ਦੇ ਨਾਲ ਇਹ ਜਿਹੜਾ ਸਿਸਟਮ ਹੈਗਾ, ਕਿਉਂਕਿ ਸਿੱਧੂ ਮੂਸੇਵਾਲਾ ਦੇ ਕਾਤਲ ਹੁਣ ਫੜ ਹੋਏ ਸੀ ਤੇ ਉਹਨਾਂ ਤੋਂ ਵੀ ਫੋਨ ਫੜ ਹੋ ਗਏ, ਲੱਗਦਾ ਕਿ ਗੱਲਾਂ ਕੁਝ ਵੱਡੀਆਂ ਕਹੀਆਂ ਜਾਂਦੀਆਂ ਨੇ ਪਰ ਅਸਲ ਹਕੀਕਤ ਤੁਸੀਂ ਸਿਸਟਮ 'ਚ ਰਹੇ ਹੋ, ਬਰੀਕੀ ਨਾਲ ਜਾਣਦੇ? ਹੁਣ ਤਾਂ ਇਹ ਗੱਲ ਬਿਨਾਂ ਸਿਸਟਮ ਤੋਂ ਰਹੇ ਲੋਕ ਵੀ ਜਾਣਦੇ ਆ। ਬੈਂਸ ਸਾਹਿਬ ਹੁਣੇ ਕਹਿ ਕੇ ਗਏ ਸੀ ਕਿ ਸੈਟੇਲਾਈਟ ਫੋਨ ਤੇ ਉਹਨਾਂ ਨਾਲ ਗੱਲ ਕਰ ਰਹੇ ਕੁਝ ਲੋਕ ਉੱਥੋਂ। ਤੁਸੀਂ ਤਾਂ ਇਹਨੂੰ ਛੱਡ ਦਿਓ, ਤਾਂ ਸੈਟੇਲਾਈਟ ਵੀ ਉੱਥੇ ਅਵੇਲੇਬਲ ਹੈਗੇ ਆ। ਕੁਝ ਲੋਕਾਂ ਨੂੰ ਜਾਣਬੁੱਝ ਕੇ ਵੱਡੇ ਕੀਤਾ ਜਾ ਰਿਹਾ ਹੈ, ਉਹਨਾਂ ਦੇ ਰੇਟ ਵਧਾਏ ਜਾ ਰਹੇ ਆ, ਲੋੜ ਪੈਣ ਤੇ ਐਨਕਾਊਂਟਰ ਕਰਨੇ ਸੌਖੇ ਆ, ਉਹਨਾਂ ਦੇ ਨਾਮ ਤੇ ਫਰੌਤੀਆਂ ਵੰਡਣੀਆਂ ਸੌਖੀਆਂ, ਹੋਰ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੱਡਾ ਕਰਨ ਵਾਸਤੇ ਜਿਹੜਾ ਸਿਸਟਮ ਹੈਗਾ ਉਹ ਚੇਂਜ ਕੁਝ ਨਹੀਂ ਹੋਇਆ। ਜੇਲ੍ਹਾਂ ਦਾ ਸਿਸਟਮ ਅੱਗੇ ਨਾਲੋਂ ਭੈੜਾ ਹੋਇਆ ਹੋਇਆ। ਇਹਨਾਂ ਨੂੰ ਜੈਮਰ ਉੱਥੇ ਨਹੀਂ ਚਾਹੀਦੇ, ਕਿਉਂਕਿ ਜੇ ਇਸ ਤਰ੍ਹਾਂ ਦੇ ਨੈਟਵਰਕ ਹੀ ਟੁੱਟ ਗਿਆ ਤਾਂ ਫਿਰ ਵਪਾਰ ਕਿਵੇਂ ਚੱਲੂਗਾ? ਕੁਝ ਮੌਜੂਦਾ ਮੰਤਰੀ ਤੇ ਕੁਝ ਸਾਬਕਾ ਮੰਤਰੀ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰੇ ਕਰਪਸ਼ਨ ਦੇ ਇਲਜ਼ਾਮ ਲੱਗ ਰਹੇ ਨੇ। ਮੌਜੂਦਾ ਧਿਰ ਦੀ ਅਸੀਂ ਗੱਲ ਕਰ ਲਈਏ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੱਟੜ ਇਮਾਨਦਾਰ ਹੈਗੇ ਹਾਂ, ਇਮਾਨਦਾਰੀ ਨਾਲ ਅਸੀਂ ਹਰ ਕੰਮ ਕਰਾਂਗੇ। ਪਰ ਉਹਨਾਂ ਦੇ ਮੰਤਰੀ ਸਾਹਿਬਾਨ ਵੀ ਇਸ ਵੇਲੇ ਇਮਾਨਦਾਰੀ ਦੇ ਉਹਨਾਂ ਤੇ ਵੀ ਇਲਜ਼ਾਮ ਤਾਂ ਦੂਜੇ ਲੱਗ ਰਹੇ ਨੇ, ਇਮਾਨਦਾਰੀ ਵਾਲੀ ਗੱਲ ਤਾਂ ਨਜ਼ਰ ਨਹੀਂ ਆ ਰਹੀ। ਚਲੋ ਆਪਾਂ ਇਹ ਗੱਲ ਪਿੱਛੇ ਕਾਫੀ ਲੰਬੀ ਹੋਈ ਹੈ, ਤੇ ਕਿਉਂਕਿ ਜਿਹੜੇ ਬੰਦਾ ਜੇ ਟਿਕਟਾਂ ਅਗਲਿਆਂ ਨੇ ਪੈਸੇ ਲੈ ਕੇ ਜਿਹੜੀਆਂ ਖਰੀਦੀਆਂ ਸੀਗੀਆਂ ਤੇ ਇਲੈਕਸ਼ਨ ਪੈਸੇ ਲਾ ਕੇ ਲੜਿਆ, ਤਾਂ ਉਹ ਪੈਸੇ ਤਾਂ ਉਹਨੇ ਪੂਰੇ ਕਰਨੀ। ਮੇਰੀ ਤਾਂ ਹਮਦਰਦੀ ਇਹਨਾਂ ਨਾਲ ਹੈਗੀ ਹੈ ਕਿ ਕਰਪਸ਼ਨ ਕਰਨਗੇ ਤਾਂ ਇਹਨਾਂ ਦੇ ਪੈਸੇ ਪੂਰੇ ਹੋਣਗੇ, ਸਾਨੂੰ ਕੋਈ ਤਕਲੀਫ ਨਹੀਂ। ਪਰ ਲੁੱਟ ਕਿਹਨੂੰ ਰਹੇ ਆ? ਕਾਂਗਰਸੀਆਂ ਨੂੰ ਲੁੱਟ ਕਿਹਨੂੰ ਰਹੇ ਆ? ਅਗਾਂਹ ਜਿਹੜੇ ਇਹਨਾਂ ਦੇ ਹੋਰ ਪਹਿਲਾਂ ਹੀ ਜਿਹੜੇ ਲਹੂ ਨਾ ਭਰੇ ਹੋਏ ਚਿੱਚੜ ਹੈ, ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ ਗਾ। ਬਿਲਕੁਲ ਇਹਨਾਂ ਤੋਂ ਖੋਹ ਕੇ ਜੋ ਕੁਛ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਇਹ ਆਪ ਵਾਲੇ ਆਪਦੇ ਢਿੱਡ ਭਰ ਲੈਣ। ਤਾਂ ਉਸ ਤੋਂ ਬਾਅਦ ਜਦੋਂ ਤੱਕ ਇਹਨਾਂ ਤੱਕ ਗੱਲ ਆਊਗੀ ਉਦੋਂ ਫਿਰ ਵੇਖਾਂਗੇ। ਅੱਜ ਜੋ ਇਹ ਕੰਮ ਕਰ ਰਹੇ ਆ ਬਹੁਤ ਚੰਗਾ ਕਰ ਰਹੇ ਆ। ਇਹਨਾਂ ਨੂੰ ਚਾਹੀਦਾ ਕਿ ਜਿਹੜੇ ਵੀ ਮੰਤਰੀ ਹੋਰ ਬਾਕੀ ਬਚਦੇ ਆ ਉਹਨਾਂ ਨੂੰ ਫੜਨ, ਅੰਦਰ ਕਰਨ, ਉਹਨਾਂ ਦੇ ਜੋ ਲੁੱਟ ਖੋਹ ਦੇ ਪੈਸੇ ਪੰਜਾਬ ਦੇ ਲੋਕਾਂ ਦੇ ਉਹਨਾਂ ਨੇ ਹੈ ਉਹਨਾਂ ਤੋਂ ਐਕਸਟੋਰਟ ਕਰਕੇ ਵਾਪਸ ਕਰਕੇ
ਜਾਂ ਤਾਂ ਖਜ਼ਾਨੇ 'ਚ ਜਮ੍ਹਾਂ ਕਰਾਉਣ ਜੋ ਕਰਾਉਣੇ ਨਹੀਂ ਹੈਗੇ, ਤੇ ਨਹੀਂ ਤਾਂ ਆਪਦੇ ਘਰ ਭਰਨ ਗਾ ਅਗਲੇ ਸਮੇਂ 'ਚ ਇਹੋ ਜਿਹਾ ਕੁਝ ਨਹੀਂ ਰਹਿਣਾ, ਇਹਨਾਂ ਤੋਂ ਵੀ ਕਢਾ ਲਾਂਗੇ ਜਦੋਂ ਵਕਤ ਆਊਗਾ। ਇੱਕ ਵਾਰੀ ਇਹ ਕਰਨ ਚੰਗੀ ਗੱਲ ਹੈ। ਜਿੱਥੇ ਤੁਸੀਂ ਬੈਠੇ ਹੋ ਇੱਥੇ ਹੀ ਕੁਝ ਸਮਾਂ ਪਹਿਲਾਂ ਬਹੁਤ ਸਾਰੇ ਲੋਕ ਆਏ ਸੀਗੇ। ਇੱਕ ਸਵਾਲ ਆਖੀਰਲਾ ਸਵਾਲ ਕਿ ਜਿੱਥੇ ਤੁਸੀਂ ਬੈਠੇ ਹੋ ਇੱਥੇ ਹੀ ਕੁਝ ਟਰਾਂਸਪੋਰਟਰ ਵੀ ਆਏ ਸੀ, ਉਹਨਾਂ ਨੇ ਭਰਤ ਭੂਸ਼ਣ ਆਸ਼ੂ ਤੋਂ ਬੜੇ ਗੰਭੀਰ ਇਲਜ਼ਾਮ ਲਾਏ ਸੀ। ਮਾਮਲਾ ਅਦਾਲਤਾਂ ਦੇ ਵਿੱਚ ਵੀ ਪਹੁੰਚਿਆ ਹੋਇਆ। ਇਹ ਜ਼ਮਾਨਤਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਦਾਲਤੀ ਚੀਜ਼ਾਂ ਵੀ ਕੰਪਰੋਮਾਈਜ਼ ਹੋ ਗਈਆਂ, ਲੱਗਦਾ ਕਿ ਉਧਰਲੇ ਪਾਸੇ ਵੀ ਜ਼ਮਾਨਤ ਹੋ। ਬਿਲਕੁਲ ਜੀ, ਕਿਉਂ ਨਹੀਂ ਹੋਊਗੀ? ਜੇ ਇਹ ਹੋ ਸਕਦੀ ਆ, ਉਹਦਾ ਘੱਟ ਕ੍ਰਿਮੀਨਲ ਛੋੜੇ ਤੇ ਇੱਕ ਪੂਰੀ ਪੀੜ੍ਹੀ ਨੂੰ ਖਾ ਗਿਆ ਮਜੀਠੀਆ। ਤਾਂ ਉਹਨੇ ਤਾਂ 2-4 ਹਜ਼ਾਰ ਕਰੋੜ ਦਾ ਉਹਦੇ ਇਲਜ਼ਾਮ ਹੈ, ਵੈਸੇ ਤਾਂ ਉਹ ਵੀ ਲੱਖਾਂ ਕਰੋੜ ਉਹਨੇ ਠੱਗੀਆਂ ਮਾਰੀਆਂ, ਪਰ ਜਿਹੜੇ ਇਲਜ਼ਾਮ 'ਚ ਗਿਆ ਬਿਲਕੁਲ ਇਹ ਜ਼ਮਾਨਤਾਂ ਦੇਣ ਵਾਸਤੇ ਬਿਲਕੁਲ ਤਿਆਰ ਬੈਠੇ ਹੋਣਗੇ, ਟੈਚੀ ਜਿਹੜੇ ਭਰੇ ਹੋਏ ਆ। ਪਰ ਉਹਦੀ ਇੱਕ ਗਲਤੀ ਹੋਈ ਵੀ ਆ, ਉਹਨੇ ਇਹਨਾਂ ਦੀ ਅਥਾਰਟੀ ਨੂੰ ਚੈਲੰਜ ਕੀਤਾ ਹੋਇਆ, ਤੇ ਉਹ ਤਾਂ ਪੋਜ਼ਿਟਿਵਲੀ ਅਸੀਂ ਵੀ ਕਰ ਰਹੇ ਹਾਂ। ਉਹਨੇ ਹੰਕਾਰ 'ਚ ਕੀਤਾ ਸੀ, ਅਸੀਂ ਰੋਜ਼ ਕਰ ਰਹੇ ਹਾਂ। ਗੱਲ ਤਾਂ ਉਹੀ ਹੈ ਨਾ, ਅਸੀਂ ਸਾਡੇ ਕਦੇ ਬਾਣ ਲੱਗੇ ਤੇ ਰੋਸ ਜਗਿਆ। ਸਾਨੂੰ ਤਾਂ ਦਿਖਾਈ ਦੇ ਰਿਹਾ ਕਿ ਜੋ ਇਹ ਧੱਕਾ ਕਰ ਰਹੇ ਆ, ਉਸ ਬੰਦੇ ਨੇ ਹੰਕਾਰ 'ਚ ਕੀਤਾ ਸੀਗਾ, ਉਹ ਵੀ ਆਪਣੇ ਜਾਊਗਾ। ਮੈਨੂੰ ਵੱਡੀ ਉਮੀਦ ਹੈ ਹਰ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਚੀਜ਼ ਵਿਕਦੀ ਹੈ, ਤੇ ਉਹ ਜ਼ਮਾਨਤ ਜਿਹੜੀ ਹੈਗੀ ਕਿਸੇ ਨਾ ਕਿਸੇ ਰੂਪ 'ਚ ਉਹਨੂੰ ਮਿਲ ਜਾਣੀ ਹੈ। ਪਰ ਉਦੋਂ ਇਹਨਾਂ ਦਾ ਜਲੂਸ ਉਸ ਤੋਂ ਵੱਧ ਕੱਢਾਂਗੇ, ਤੇ ਉਦੋਂ ਪਹਿਲਾਂ ਬਹੁਤ ਕੁਝ ਹੋਊਗਾ, ਆਉਣ ਵਾਲੇ ਸਮੇਂ ਦੇ ਬਾਰੇ ਕਰਾਂਗੇ। ਥੈਂਕ ਯੂ। ਤੁਸੀਂ ਡੀਐਸਪੀ ਸਿੱਖੋ, ਜਿਨ੍ਹਾਂ ਨੇ ਬੜੇ ਵਿਭਾਗ ਢੰਗ ਦੇ ਨਾਲ ਬਹੁਤ ਸਾਰੇ ਮਸਲੇ ਸੀਗੇ ਜਿਹੜੇ ਵਿਚਾਰੇ ਨੇ, ਬੜੀਆਂ ਅਹਿਮ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸਵਾਲ ਖੜੇ ਕਰਦੇ ਨੇ ਕਿ ਸਿਸਟਮ ਕਿਸ ਤਰੀਕੇ ਨਾਲ ਕਰਪਟ ਹੋ ਚੁੱਕਾ ਹੈਗਾ। ਫਿਲਹਾਲ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਹਾਲਾਤ ਬਣੇ ਹੋਏ ਨੇ, ਤਾਂ ਇਹਨਾਂ ਤੋਂ ਰਾਹਤ ਕਿਸ ਤਰੀਕੇ ਨਾਲ ਮਿਲੇਗੀ, ਤੇ ਇਹ ਧੜਾ ਜਿਹੜਾ ਕੋਸ਼ਿਸ਼ ਕਰਨ ਲੱਗਾ ਹੈਗਾ ਕਿ ਇਹ ਸਿਸਟਮ ਗੰਦਲਾ ਹੋ ਚੁੱਕਾ, ਇੱਥੋਂ ਬਚਣਾ ਕਿੱਦਾਂ ਹੈਗਾ। ਦੇਖਣਾ ਹੋਵੇਗਾ ਕਿ ਇਹਨਾਂ ਨੂੰ ਕੀ ਸਫਲਤਾ ਮਿਲਦੀ ਹੈ ਤੇ ਲੋਕਾਂ ਦਾ ਕਿੰਨਾ ਹੁੰਗਾਰਾ ਮਿਲਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।